ਪ੍ਰਣਾਮ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਨਯੋਗ ਸਤਸੰਗੀ ਜਨੋ, ਅੱਜ ਦਾ ਜੋ ਮੇਰਾ ਵਿਚਾਰ ਹੈ, ਗੁਰੂ ਸਾਹਿਬ ਕਿਰਪਾ ਕਰਨ, ਦਇਆ ਦ੍ਰਿਸ਼ਟੀ ਕਰਨ, ਗੁਰੂ ਸਾਹਿਬ ਜੀ ਦੀ ਦਇਆ ਮਾਇਆ ਦੁਆਰਾ ਵਿਚਾਰ ਹੋ ਸਕਣ, ਜੋ ਕਿ ਸਿੱਖ ਜਗਤ ਦੇ ਗੁਰਦੁਆਰਿਆਂ ਅੰਦਰ ਅਤੇ ਸਿੱਖ ਦੇ ਜੀਵਨ ਦੇ ਨਾਲ ਸੰਬੰਧਿਤ ਕੀਰਤਨ ਗੁਰਸਿੱਖ ਜਿਹੜਾ ਇਸ ਦੇ ਜੀਵਨ ਦਾ ਇੱਕ ਵਿਸ਼ੇਸ਼ ਅੰਗ ਹੈ, ਸਿੱਖੀ ਦੇ ਜੀਵਨ ਦਾ ਕੀਰਤਨ। ਸਿੱਖ ਦੇ ਜੰਮਣ ਤੇ ਮਰਨ ਤੇ ਖੁਸ਼ੀ ਤੇ ਗਮੀ ਤੇ ਜਾਏ ਦੀਵਾਨ ਵਿੱਚ ਜਾਵੇ, ਗੁਰਦੁਆਰੇ ਜਾਵੇ ਤੇ ਦੀਵਾਨ ਵਿੱਚ ਕੀਰਤਨ ਹੈ ਕਿਆ? ਕੀਰਤਨ ਕਿਸ ਨੂੰ ਕਹਿੰਦੇ ਨੇ? ਕੀਰਤਨ ਤੋਂ ਭਾਵ ਜਿਸ ਦੇ ਵਿੱਚ ਪਰਮੇਸ਼ਵਰ ਜੀ ਦੀ ਕੀਰਤੀ ਹੋਵੇ, ਜਸ ਹੋਵੇ, ਉਪਮਾ ਵਡਿਆਈ ਹੁੰਦੀ ਹੋਵੇ। ਸੰਸਕ੍ਰਿਤ ਦਾ ਸ਼ਬਦ ਹੈ ਕੀਰਤਨ, ਭਾਵ ਕੀਰਤੀ ਕਰਨੀ, ਜਸ ਕਰਨਾ, ਉਪਮਾ ਕਰਨੀ, ਵਡਿਆਈ ਕਰਨੀ ਪਰਮੇਸ਼ਵਰ ਦੀ। ਜਿਹਦੇ ਵਿੱਚ ਵਡਿਆਈ ਹੈ ਨਿਰੰਕਾਰ ਦੀ, ਉਹ ਹੈ ਕੀਰਤਨ। ਉਸ ਨੂੰ ਕਿਹਾ ਕੀਰਤਨ ਦਾ ਸਰੂਪ ਅਸੀਂ ਸੰਸਾਰੀ ਲੋਕਾਂ ਨੇ ਕੇਵਲ ਤੇ ਕੇਵਲ ਇਤਨਾ ਕੁ ਸਮਝ ਲਿਆ ਭਈ ਵਾਜੇ ਢੋਲਕੀਆਂ ਛੈਣੇ ਆਦਿਕ ਸਾਜ਼ਾਂ ਦੇ ਨਾਲ ਗਾਇਆ ਜਾਵੇ ਤੇ ਉਹੀ ਕੀਰਤਨ ਹੈ। ਕੀਰਤਨ ਤੇ ਭਾਈ ਠੀਕ ਉਹ ਹੈ, ਪਰ ਕੀਰਤਨ ਦਾ ਮਤਲਬ ਜਿਸ ਦੇ ਵਿੱਚ ਪਰਮੇਸ਼ਵਰ ਦੀ ਉਸਤਤ ਹੁੰਦੀ ਹੋਵੇ, ਉਹ ਕੀਰਤਨ ਹੈ। ਚਾਹੇ ਉਹ ਵਾਜੇ ਢੋਲਕੀਆਂ ਛੈਣਿਆਂ ਦੇ ਨਾਲ ਹੈ, ਚਾਹੇ ਉਹ ਵਿਚਾਰਾਂ ਦੇ ਦੁਆਰਾ ਹੈ, ਉਸ ਨੂੰ ਕੀਰਤਨ ਕਿਹਾ ਜਾ ਸਕਦਾ ਹੈ। ਸਿੱਖ ਜਗਤ ਦੇ ਵਿੱਚ ਬੜੀ ਮਹਾਨਤਾ ਹੈ ਕੀਰਤਨ ਨੂੰ। ਜਗਤ ਗੁਰੂ ਬਾਬਾ ਨਾਨਕ ਜੀ ਨੇ ਜਿਸ ਵੇਲੇ ਸੰਸਾਰ ਦੇ ਪਾਰ ਉਤਾਰਨ ਵਾਸਤੇ ਉਦਾਸੀਆਂ ਆਰੰਭ ਕੀਤੀਆਂ, ਪਹਿਲੀ ਉਦਾਸੀ, ਪਹਿਲੀ ਪ੍ਰਚਾਰ ਫੇਰੀ, ਤੇ ਜਗਤ ਗੁਰੂ ਬਾਬਾ ਜੀ ਨੇ ਨਾਲ ਮਰਦਾਨੇ ਨੂੰ ਲਿਆ। ਮਰਦਾਨੇ ਨੂੰ ਨਾਲ ਲੈ ਕੇ ਤੇ ਇੱਕ ਰਬਾਬ ਖਰੀਦੀ। ਜਗਤ ਗੁਰੂ ਬਾਬਾ ਜੀ ਨੇ ਪਹਿਲੀ ਪ੍ਰਚਾਰ ਫੇਰੀ ਜਿਹੜੀ ਹੈ ਸੁਲਤਾਨਪੁਰ ਤੋਂ ਆਰੰਭ ਕੀਤੀ ਤੇ ਵਿਸਾਖੀ ਵਾਲੇ ਦਿਨ ਕੀਤੀ ਆਰੰਭ। ਤੇ ਜਗਤ ਗੁਰੂ ਬਾਬਾ ਜੀ ਨੇ ਫਰਿੰਦੇ ਨਾਮ ਦੇ ਇੱਕ ਕਾਰੀਗਰ ਕੋਲੋਂ ਇੱਕ ਰਬਾਬ ਮੰਗਵਾਇਆ ਮਰਦਾਨੇ ਨੂੰ ਕਹਿ ਕੇ। ਇਹ ਗੱਲ ਵੱਖਰੀ ਹੈ, ਫਰਿੰਦੇ ਨੇ ਉਸ ਰਬਾਬ ਦੀ ਮਾਇਆ ਲਈ ਜਾਂ ਨਾ ਲਈ, ਪਰ ਉਹ ਰਬਾਬ ਫਰਿੰਦੇ ਨਾਮ ਦੇ ਇੱਕ ਰਬਾਬ ਬਣਾਉਣ ਵਾਲੇ ਕੋਲੋਂ ਲਿਆ। ਲੈ ਕੇ ਤੇ ਜਗਤ ਗੁਰੂ ਬਾਬਾ ਜੀ ਜਗਤ ਦੇ ਪਾਰ ਉਤਾਰਨ ਵਾਸਤੇ ਪ੍ਰਚਾਰ ਫੇਰੀ ਆਰੰਭ ਕੀਤੀ। ਕਦੇ ਜਗਤ ਗੁਰੂ ਬਾਬਾ ਜੀ ਸਮਾਧੀ ਵਿੱਚ ਲਵਲੀਨ ਹੁੰਦੇ ਰਹੇ। ਮਨ ਆਤਮਾ ਪਰਮੇਸ਼ਵਰ ਦੇ ਨਾਲ ਇੱਕ ਮਿਕ ਇੱਕ ਸੁਰ ਹੋ ਜਾਂਦੀ ਰਹੀ। ਰੱਬ ਦੇ ਰੰਗ ਵਿੱਚ ਰੰਗੇ ਜਾਂਦੇ ਰਹੇ, ਰੰਗੀਲ ਹੋ ਜਾਂਦੇ। ਤੇ ਜਗਤ ਗੁਰੂ ਬਾਬਾ ਪਤਾ ਕੀ ਕਹਿੰਦੇ? ਮਰਦਾਨਾ ਰਬਾਬ ਵਜਾ, ਕੁਝ ਸਿਫਤ ਕਰੀਏ ਕਰਤਾ ਪੁਰਖ ਅਕਾਲ ਪੁਰਖ ਵਾਹਿਗੁਰੂ ਦੀ। ਮਰਦਾਨਾ ਰਬਾਬ ਜਾ, ਕਾਈ ਸਿਫਤ ਕਰੀਏ ਅੱਲਾਹ ਤਾਲਾ ਖੁਦਾ ਦੀ। ਤੇ ਮਰਦਾਨਾ ਰਬਾਬ ਵਜਾਉਂਦਾ
ਤੇ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਸ਼ਬਦ ਬਾਣੀ ਪ੍ਰਗਟ ਹੁੰਦੀ। ਕਈਆਂ ਦਾ ਵਿਚਾਰ ਹੈ ਵੀ ਮਰਦਾਨਾ ਕੀਰਤਨ ਕਰਕੇ ਗੁਰੂ ਨਾਨਕ ਸਾਹਿਬ ਜੀ ਨੂੰ ਸੁਣਾਉਂਦਾ ਸੀ। ਇਹ ਵੀ ਲਿਖਿਆ ਮਿਲਦਾ ਹੈ ਤੇ ਇਹ ਵੀ ਲਿਖਿਆ ਮਿਲਦਾ ਹੈ ਗੁਰੂ ਨਾਨਕ ਸਾਹਿਬ ਖੁਦ ਕਹਿੰਦੇ ਨੇ, ਹੋਂ ਢਾਡੀ ਵੇਕਾਰ ਕਾਰੇ ਲਾਇਆ। ਢਾਡੀ ਕਹਿੰਦੇ ਨੇ ਕੀਰਤਨ ਕਰਨ ਵਾਲੇ ਨੂੰ। ਗੁਰੂ ਸਾਹਿਬ ਜੀ ਆਪ ਖੁਦ ਕਹਿੰਦੇ ਨੇ, ਤੇ ਗੁਰੂ ਸਾਹਿਬ ਜੀ ਰਾਗ ਤਾਲ ਦੇ ਮਾਹਿਰ ਸਨ। ਜਿਤਨੀ ਬਾਣੀ ਸਤਿਗੁਰੂ ਜੀ ਨੇ ਉਚਾਰਨ ਕੀਤੀ ਹੈ, ਜਪਜੀ ਤੋਂ ਛੱਡ ਕੇ ਸੋਦਰ ਆਰੰਭ ਹੁੰਦਾ ਹੈ। ਪਹਿਲਾਂ ਜਪਜੀ ਸਾਹਿਬ ਲਿਖਿਆ, ਫਿਰ ਸੋਦਰ ਆਰੰਭ ਹੁੰਦਾ ਹੈ। ਸੋਦਰ ਤੋਂ ਲੈ ਕੇ ਜੈ ਜਾਵੰਤੀ ਰਾਗ ਤੱਕ ਰਾਗ ਹੀ ਹਨ। ਜਿਤਨੀ ਬਾਣੀ ਰਾਗਾਂ ਦੇ ਸਰਲੇਖ ਹੇਠ ਹੈ। ਜੇ ਜਗਤ ਗੁਰੂ ਬਾਬਾ ਜੀ ਬਾਣੀ ਰਾਗਾਂ ਦੇ ਮੁਤਾਬਕ ਗਾ ਸਕਦੇ ਨੇ, ਉਚਾਰਨ ਕਰ ਸਕਦੇ ਨੇ, ਤੇ ਜੇ ਉਹਨੂੰ ਤਾਲ ਵੀ ਦੱਸ ਸਕਦੇ ਨੇ ਵੀ ਇਸ ਤਾਲ ਦੇ ਵਿੱਚ ਇਸ ਨੂੰ ਗਾਉਣਾ, ਤੇ ਕੀ ਗੁਰੂ ਸਾਹਿਬ ਗਾ ਨਹੀਂ ਸੀ ਸਕਦੇ? ਗਾਉਂਦੇ ਸਨ, ਉਹ ਗਾਉਂਦੇ ਵੀ ਸਨ। ਤੇ ਗੁਰੂ ਸਾਹਿਬ ਮਸਤੀ ਦੇ ਵਿੱਚ ਆ ਕੇ, ਮਸਤੀ ਦੇ ਆਲਮ ਦੇ ਵਿੱਚ ਆ ਕੇ, ਤੇ ਜਗਤ ਗੁਰੂ ਬਾਬਾ ਜੀ ਖੁਦ ਮਰਦਾਨਾ ਰਬਾਬ ਵਜਾਉਂਦਾ ਤੇ ਸਤਿਗੁਰੂ ਸ਼ਬਦ ਕੀਰਤਨ ਗਾਇਨ ਕਰਦੇ। ਤੋ ਗੁਰੂ ਸਾਹਿਬ ਜੀ ਤੋਂ ਲੈ ਕੇ ਦਸੇ ਹੀ ਪਾਤਸ਼ਾਹੀਆਂ ਤੱਕ ਸ਼ਬਦ ਕੀਰਤਨ ਨੂੰ ਬੜਾ ਮਹਾਤਮ ਦਿੱਤਾ ਗਿਆ ਹੈ। ਗੁਰੂ ਨਾਨਕ ਸਾਹਿਬ ਜੀ ਦੇ ਨਾਲ ਸਾਰੀ ਉਮਰ ਭਾਈ ਸਾਹਿਬ ਭਾਈ ਮਰਦਾਨਾ ਜੀ ਰਹੇ। ਭਾਈ ਮਰਦਾਨਾ ਜੀ ਤੋਂ ਬਾਅਦ ਗੁਰੂ ਘਰ ਵਿਖੇ ਸੱਤਾ ਤੇ ਬਲਵੰਡ ਨਾਮ ਦੇ ਰਬਾਬੀ ਰਹੇ। ਉਹਨਾਂ ਤੋਂ ਬਾਅਦ ਸਮੇਂ ਸਮੇਂ ਦੇ ਨਾਲ ਕੀਰਤਨੀਏ ਗੁਰੂ ਘਰ ਵਿਖੇ ਰਹਿੰਦੇ ਰਹੇ। ਕੀਰਤਨ ਰੋਜ਼ਾਨਾ ਹੁੰਦਾ ਰਿਹਾ ਤੇ ਜਗਤ ਗੁਰੂ ਬਾਬਾ ਜੀ ਸ਼ਬਦ ਕੀਰਤਨ ਦੇ ਨਾਲ ਬਹੁਤ ਪਿਆਰ ਕਰਦੇ ਸਨ। ਜਿਸ ਵੇਲੇ ਜਗਤ ਗੁਰੂ ਬਾਬਾ ਜੀ ਗਏ ਬਗਦਾਦ, ਅਰਬ ਕੰਟਰੀਆਂ ਦੇ ਵਿੱਚ, ਬਗਦਾਦ ਸ਼ਹਿਰ ਦੇ ਬਾਹਰ ਕਬਰ ਅਸਥਾਨ ਤੇ ਇੱਕ ਖੂਹ ਸੀ, ਛੋਟੀ ਜਿਹੀ ਖੂਹ ਹੀ। ਜਗਤ ਗੁਰੂ ਬਾਬਾ ਜੀ ਨੇ ਉੱਥੇ ਰਾਤ ਜਾ ਕੇ ਸ਼ਾਮ ਨੂੰ ਡੇਰਾ ਲਗਾ ਲਿਆ। ਭਾਈ ਗੁਰਦਾਸ ਜੀ ਇਸ ਗੱਲ ਦੀ ਗਵਾਹੀ ਭਰਦੇ ਨੇ। ਉਹ ਕਹਿੰਦੇ ਨੇ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਜਗਤ ਗੁਰੂ ਬਾਬਾ ਜੀ ਦੇ ਨਾਲ ਭਾਈ ਮਰਦਾਨਾ ਜੀ ਨੇ ਕਬਰਸਤਾਨ ਦੇ ਵਿੱਚ ਖੂਹੀ ਦੇ ਉੱਤੇ ਜਗਤ ਗੁਰੂ ਬਾਬਾ ਜੀ ਨੇ ਡੇਰਾ ਕਰ ਲਿਆ, ਰਾਤ ਬਤੀਤ ਕੀਤੀ। ਜਿਸ ਵੇਲੇ ਦਿਨ ਚੜ੍ਹਿਆ, ਅੰਮ੍ਰਿਤ ਵੇਲਾ ਹੋਇਆ, ਅੰਮ੍ਰਿਤ ਵੱਡੇ ਅੰਮ੍ਰਿਤ ਵੇਲੇ ਜਗਤ ਗੁਰੂ ਬਾਬਾ ਉੱਠਦੇ ਸਨ। ਉੱਠ ਕੇ ਇਸ਼ਨਾਨ ਕੀਤਾ। ਇਤਨੇ ਨੂੰ ਇਸ਼ਨਾਨ ਕਰਕੇ ਹਟੇ ਨੇ ਤੇ ਬਗਦਾਦ ਸ਼ਹਿਰ ਦਾ ਜੋ ਦਸਤਗੀਰ ਪੀਰ ਹੈ, ਉਸ ਦਾ ਮੁਰੀਦ ਪਾਣੀ ਲੈਣ ਵਾਸਤੇ, ਪੀਰ ਦੇ ਇਸ਼ਨਾਨ ਦੇ ਪਾਣੀ ਲੈਣ ਵਾਸਤੇ ਆਇਆ, ਇਸ਼ਨਾਨ ਕਰਾਉਣ ਵਾਸਤੇ ਪੀਰ ਨੂੰ। ਤੇ ਅੱਗੇ ਜਗਤ ਗੁਰੂ ਬਾਬਾ ਜੀ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰ ਰਹੇ ਸਨ। ਇਸ ਨੇ ਜਿਸ ਵੇਲੇ ਜਗਤ ਗੁਰੂ ਬਾਬਾ ਜੀ ਦੇ ਮੁਖਾਰ ਬਿੰਦ ਤੋਂ ਜਪਜੀ ਸਾਹਿਬ ਦਾ ਪਾਠ ਸਰਵਣ ਕੀਤਾ, ਬੜੀ ਮਸਤੀ ਆਈ, ਬੜਾ ਆਨੰਦ ਆਇਆ। ਇਹ ਉੱਥੇ ਰੁਕ ਗਿਆ। ਹੁਣ ਜਗਤ ਗੁਰੂ ਬਾਬਾ ਜੀ ਪੜ੍ਹਦੇ ਪੜ੍ਹਦੇ ਜਿਸ ਵੇਲੇ ਇਸ ਪੰਕਤੀਆਂ ਤੇ ਗਏ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਓੜਕ ਬਹਾਲ ਤਕੈ ਵੇਦ ਕਹਿਣ ਇੱਕ ਬਾਤ, ਸਹਿਸ 18 ਕਹਿਣ ਕਤੇਬਾਂ, ਅਸਲੂਨ ਇੱਕ ਧਾਤ, ਲੇਖਾ ਹੋਏ ਤਾਂ ਲਿਖੀਐ ਲੇਖੇ ਹੋਏ ਵਿਨਾਸ਼। ਇਹ ਸੁਣ ਕੇ ਹੈਰਾਨ ਹੋ ਗਿਆ ਵੀ ਸਾਡੇ ਪੀਰ ਜੀ ਕਹਿੰਦੇ ਨੇ ਵੀ ਮੁਹੰਮਦ ਸਾਹਿਬ ਨੇ ਕੁਰਾਨ ਦੇ ਵਿੱਚ 14 ਤਬਕ ਲਿਖੇ ਨੇ, 7 ਪਤਾਲ ਤੇ 7 ਆਕਾਸ਼। ਇਹ ਫਕੀਰ ਤੇ ਲੱਖਾਂ ਹੀ ਪਤਾਲ ਤੇ ਲੱਖਾਂ ਹੀ ਆਕਾਸ਼ ਕਹਿੰਦਾ। ਇਹ ਤੇ ਬੜਾ ਵੱਡਾ ਕੁਫਰ ਤੋਲ ਰਿਹਾ। ਗੁਰੂ ਸਾਹਿਬ ਜੀ ਨੇ ਜਪਜੀ ਸਾਹਿਬ ਸੰਪੂਰਨ ਕੀਤਾ। ਮਰਦਾਨੇ ਨੂੰ ਕਹਿਣ ਲੱਗੇ, ਮਰਦਾਨਾ ਰਬਾਬ ਵਜਾ।
ਤੇ ਮਰਦਾਨਾ ਰਬਾਬ ਵਜਾਉਣ ਲੱਗਿਆ। ਸਤਿਗੁਰੂ ਜੀ ਕੀਰਤਨ ਕਰਨ ਲੱਗੇ। ਕੀਰਤਨ ਸੁਣ ਕੇ ਹੋਰ ਬੜੀ ਮਸਤੀ ਆਈ। ਆਪਣੇ ਪੀਰ ਨੂੰ ਇਸ਼ਨਾਨ ਕਰਾਉਣ ਵਾਸਤੇ ਲੇਟ ਹੋ ਗਿਆ, ਪਾਣੀ ਲੈ ਕੇ ਗਿਆ। ਪੀਰ ਪੁੱਛਦਾ ਅੱਜ ਲੇਟ ਕਿਉਂ ਹੋ ਗਿਆ ਬਈ? ਇਹ ਕਹਿਣ ਲੱਗਾ ਪੀਰ ਜੀ, ਸਾਈਂ ਜੀ, ਅੱਜ ਬਾਹਰ ਕੂਏ ਸਥਾਨ ਕਬਰਸਤਾਨ ਤੇ ਜਿੱਥੋਂ ਕੂਏ ਤੋਂ ਪਾਣੀ ਲਿਆਉਣਾ, ਉੱਥੇ ਫਕੀਰ ਆਏ ਬੈਠੇ ਨੇ। ਉਹਨਾਂ ਦੇ ਵਿੱਚੋਂ ਇੱਕ ਤੇ ਉਹਨਾਂ ਦਾ ਲੱਗਦਾ ਮੁਰਸ਼ਦ ਤੇ ਬਾਕੀ ਲੱਗਦੇ ਨੇ ਉਹਦੇ ਮੁਰੀਦ। ਤੇ ਉਹਨਾਂ ਦੇ ਮੁਰਸ਼ਦ ਨੇ ਇੱਕ ਕਲਾਮ ਪੜ੍ਹੀ, ਉਸ ਦੇ ਵਿੱਚ ਉਸਨੇ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਕਹੇ। ਤੁਸੀਂ ਕਹਿੰਦੇ ਹੋ ਮੁਹੰਮਦ ਸਾਹਿਬ ਕਹਿੰਦੇ ਨੇ 14 ਤਬਕ ਨੇ, 14 ਪਤਾਲ ਤੇ 14 ਆਕਾਸ਼ ਨੇ। ਤੇ ਦੂਸਰੇ ਨੰਬਰ ਤੇ ਤੁਸੀਂ ਸ਼ਹਿਰ ਦੇ ਵਿੱਚ ਰਾਗ ਕਰਨਾ ਬੰਦ ਕੀਤਾ ਹੋਇਆ ਹੈ। ਉਸਨੇ ਰਾਗ ਕੀਤਾ ਤੇ ਮੇਰੇ ਮਨ ਨੂੰ ਬੜੀ ਸੁਣ ਕੇ ਸ਼ਾਂਤੀ ਆਈ। ਪੀਰ ਜੀ, ਸਾਈਂ ਜੀ, ਜੇ ਕਿਤੇ ਉਹ ਫਕੀਰ ਇੱਥੇ ਕੁਝ ਦਿਨ ਰਹਿ ਗਿਆ ਤੇ ਬਗਦਾਦ ਸ਼ਹਿਰ ਦੇ ਲੋਕ ਕਾਫਰ ਹੋ ਜਾਣਗੇ, ਸਾਰੇ ਉਹਦੇ ਮੁਰੀਦ ਬਣ ਜਾਣਗੇ। ਕਹਿੰਦੇ ਨੇ ਇਹ ਦਸਤਗੀਰ ਗੁੱਸੇ ਵਿੱਚ ਆਇਆ। ਬਹਿਲੋਲ ਨਾਮ ਕਰਕੇ ਇਸ ਦਾ ਨਾਮ ਸੀ, ਦਸਤਗੀਰ ਇਸ ਦਾ ਤਖੱਲਤ ਸੀ। ਗੁੱਸੇ ਵਿੱਚ ਆਇਆ, ਕਹਿੰਦਾ ਸਾਰਿਆਂ ਮਰੀਦਾਂ ਨੂੰ ਜਾਓ, ਉਸ ਨੂੰ ਪੱਥਰ ਮਾਰ ਮਾਰ ਕੇ ਮਾਰ ਦਿਓ। ਸੰਗ ਮਾਰ ਕਰਨੀ, ਸੰਗ ਮਾਰ ਤੋਂ ਬਾਅਦ ਪੱਥਰਾਂ ਨਾਲ ਮਾਰਨਾ ਹੁਕਮ ਦੇ ਦਿੱਤਾ। ਸਾਰੇ ਇਹਦੇ ਚੇਲੇ ਚਾਟੇ ਪੱਥਰ ਲੈ ਕੇ ਆ ਗਏ। ਜਿਸ ਵੇਲੇ ਮਾਰਨ ਵਾਸਤੇ ਜਗਤ ਗੁਰੂ ਬਾਬਾ ਜੀ ਨੂੰ ਉਹਨਾਂ ਨੇ ਪੱਥਰ ਆਪਣੇ ਹੱਥਾਂ 'ਚ ਚੁੱਕੇ ਨੇ, ਉੱਪਰ ਕੀਤੇ, ਤੇ ਜਗਤ ਗੁਰੂ ਬਾਬਾ ਜੀ ਨੇ ਇੱਕ ਪੰਕਤੀ ਉਚਾਰਨ ਕੀਤੀ, ਗੁਰਬਰ ਏਕ ਓਂਕਾਰ ਅਕਾਲਾ, ਸਤਿਪੁਰਖ ਸਤਿ ਸ੍ਰੀ ਅਕਾਲਾ। ਭਾਈ ਮਨੀ ਸਿੰਘ ਜੀ ਦੀ ਜਨਮ ਸਾਖੀ ਦੇ ਅੰਦਰ ਇਹ ਬਚਨ ਹੁੰਦਾ ਹੈ, ਗੁਰਬਰ ਏਕ ਓਂਕਾਰ ਅਕਾਲਾ, ਸਤਿਪੁਰਖ ਸਤਿ ਸ੍ਰੀ ਅਕਾਲਾ। ਸਾਰਿਆਂ ਦੀਆਂ ਬਾਹਾਂ ਕਹਿੰਦੇ ਉੱਥੇ ਰੁਕ ਗਈਆਂ। ਬੜਾ ਯਤਨ ਕੀਤਾ, ਨਹੀਂ ਹਟੀਆਂ। ਕਿਸੇ ਨੇ ਵਿੱਚੋਂ ਜਾ ਕੇ ਦੱਸਿਆ ਪੀਰ ਨੂੰ। ਪੀਰ ਨੇ ਆ ਕੇ ਕਹਿੰਦੇ ਨੇ ਮੰਤਰਾਂ ਜੰਤਰਾਂ ਦੇ ਨਾਲ ਠੀਕ ਕੀਤੀਆਂ। ਕਿਹਾ ਫਿਰ ਦੁਬਾਰਾ ਮਾਰਨ ਨੂੰ, ਉਹਨੇ ਫਿਰ ਕੀਤੀਆਂ। ਜਗਤ ਗੁਰੂ ਬਾਬਾ ਜੀ ਨੇ ਫਿਰ ਉਹੀ ਸ਼ਬਦ ਦੁਹਰਾਇਆ। ਸਾਰਿਆਂ ਦੀਆਂ ਬਾਹਾਂ ਉੱਥੇ ਖੜ ਗਈਆਂ। ਬੜੇ ਯਤਨ ਕੀਤੇ, ਠੀਕ ਨਹੀਂ ਹੋਈਆਂ। ਇਹ ਹੁਣ ਪੀਰ ਜਿਹੜਾ ਦਸਤਗੀਰ ਜਗਤ ਗੁਰੂ ਬਾਬੇ ਦੇ ਅੱਗੇ ਹੋ ਕੇ ਹੱਥ ਜੋੜ ਕੇ ਕਹਿੰਦਾ, ਇਹ ਸਾਈਂ ਫਕੀਰ, ਤੁਸਾਂ ਨੇ ਕੁਫਰ ਤੋਲਿਆ। ਜਗਤ ਗੁਰੂ ਬਾਬਾ ਜੀ ਕਹਿਣ ਲੱਗੇ, ਕਿਉਂ? ਕਹਿਣ ਲੱਗਾ, ਤੁਸੀਂ ਆਪਣੀ ਕਲਾਮ ਦੇ ਵਿੱਚ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਕਹੇ ਨੇ। ਮੁਹੰਮਦ ਸਾਹਿਬ ਨੇ ਤੇ ਕੁਰਾਨ ਦੇ ਵਿੱਚ 14 ਤਬਕ ਕਹੇ ਨੇ, 7 ਪਤਾਲ ਤੇ 7 ਆਕਾਸ਼। ਦੂਸਰੇ ਨੰਬਰ ਤੇ ਮੈਂ ਸ਼ਹਿਰ ਦੇ ਵਿੱਚ ਰਾਗ ਬੰਦ ਕੀਤਾ ਹੋਇਆ, ਤੁਸੀਂ ਰਾਗ ਇੱਥੇ ਗਾਇਆ, ਮੇਰੇ ਹੁਕਮ ਦੀ ਉਲੰਘਣਾ ਕੀਤੀ ਹੈ। ਜਗਤ ਗੁਰੂ ਬਾਬਾ ਜੀ ਕਹਿਣ ਲੱਗੇ, ਪੀਰ ਜੀ, ਤੁਸੀਂ ਕਹਿੰਦੇ ਹੋ ਮੁਹੰਮਦ ਸਾਹਿਬ ਨੇ 14 ਤਬਕ 7 ਪਤਾਲ ਤੇ 7 ਆਕਾਸ਼ ਕਹੇ ਨੇ। ਉੱਥੇ ਗੁਰੂ ਬਾਬੇ ਨੇ ਸੂਰਜ ਗ੍ਰੰਥ ਦੇ ਅੰਦਰ ਇੱਕ ਬਚਨ ਆਉਂਦਾ ਹੈ, ਗੁਰੂ ਬਾਬਾ ਜੀ ਕਹਿਣ ਲੱਗੇ, ਜਾਂ ਕੋ ਕਰਨ ਹਾਰ ਹੈ ਜੋ, ਤਾਂ ਕੋ 14 ਕੀ ਸੁਧ ਹੋਊ, ਲਾਖਣ ਕੀ ਜਾਂ ਕੋ ਸੁਧ ਹੋਈ, ਤੇਤੇ ਭਣੇ ਨਾ ਝੂਠ ਬਗੋਈ। ਹੇ ਪੀਰ ਜੀ, ਜਾਂ ਕੋ ਕਰਨ ਹਾਰ ਹੈ ਜੋ, ਜਿਹੜਾ ਕੁਰਾਨ ਨੂੰ ਲਿਖਣ ਵਾਲਾ ਹੈ, ਤਾਂ ਕੋ 14 ਕੀ ਸੁਧ ਹੋਊ, ਉਹਨੂੰ 14 ਦੀ ਖਬਰ ਹੋਈ, ਉਸਨੇ 14 ਦੱਸ ਦਿੱਤੀ। ਲਾਖਣ ਕੀ ਜਾਂ ਕੋ ਸੁਧ ਹੋਈ, ਜਿਹੜਾ ਨੂੰ ਲੱਖਾਂ ਪਤਾਲ ਤੇ ਲੱਖਾਂ ਆਗਾਸਾਂ ਦੀ ਗਿਆਨ ਹੋਇਆ, ਤੇਤੇ ਭਣੇ ਨਾ ਝੂਠ ਬਗੋਈ। ਉਹਨਾਂ ਨੇ ਉਹਨੇ ਕਹਿ ਦਿੱਤੇ, ਝੂਠ ਉਹਨਾਂ ਨੇ ਵੀ ਨਹੀਂ ਕਿਹਾ। ਗੁਰੂ ਸਾਹਿਬ ਕਹਿਣ ਲੱਗੇ, ਪੀਰ ਜੀ, ਹਾਲੇ ਤੇ ਲੱਖ ਪਤਾਲਾਂ ਪਤਾਲ, ਆਗਾਸ ਆਗਾਸਾਂ ਆਗਾਸ, ਇਹ ਸਾਡਾ ਨਹੀਂ ਕਹਿਣਾ, ਇਹ ਤੇ ਵੇਦ ਸ਼ਾਸਤਰਾਂ ਦਾ ਕਹਿਣਾ ਹੈ। ਪਾਤਾਲਾਂ ਪਾਤਾਲ, ਲੱਖ ਆਗਾਸਾਂ ਆਗਾਸ, ਓੜਕ ਓੜਕ ਭਾਲ ਥਕੈ, ਵੇਦ ਕਹਿਣ ਇੱਕ ਬਾਤ, ਸਹਿਸ 18 ਕਹਿਣ ਕਤੇਬਾਂ,
ਅਸ ਲੂਣ ਇੱਕ ਧਾਤ। ਇਹ ਤੇ ਵੇਦਾਂ ਸ਼ਾਸਤਰਾਂ ਦਾ ਕਤੇਬਾਂ ਦਾ ਕਹਿਣਾ ਵੀ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਨੇ। ਪੀਰ ਜੀ ਸਾਡਾ ਤੇ ਵਿਚਾਰ ਇਹ ਹੈ, ਲੇਖਾ ਹੋਏ ਤਾਂ ਲਿਖੀਐ, ਲੇਖੇ ਹੋਏ ਵਿਨਾਸ਼। ਪੀਰ ਜੀ ਜੇ ਗਿਣਤੀ ਮਿਣਤੀ ਹੋ ਸਕਦੀ ਹੋਵੇ ਤੇ ਗਿਣਤੀ ਮਿਣਤੀ ਕਰੀਏ। ਵੇਦਾਂ ਸ਼ਾਸਤਰਾਂ ਨੇ ਤੇ ਲੱਖਾਂ ਕਹਿ ਦਿੱਤੇ, ਮੁਹੰਮਦ ਸਾਹਿਬ ਨੇ 14 ਕਹਿ ਦਿੱਤੇ, ਵੇਦਾਂ ਸ਼ਾਸਤਰਾਂ ਨੇ ਲੱਖਾਂ ਕਹਿ ਦਿੱਤੇ। ਸਾਡੇ ਮੁਤਾਬਕ ਤੇ ਇਹ ਹੈ ਭਈ ਜੇ ਗਿਣਤੀ ਮਿਣਤੀ ਦੇ ਵਿੱਚ ਆਕਾਸ਼ ਪਤਾਲ ਆਉਂਦੇ ਹੋਣ ਤੇ ਅਸੀਂ ਕੋਈ ਗਿਣਤੀ ਮਿਣਤੀ ਕਰੀਏ, ਭਾਵ ਗਿਣਤੀ ਮਿਣਤੀ ਦੇ ਵਿੱਚ ਆਉਂਦੇ ਹੀ ਨਹੀਂ। ਅੱਜ ਕੱਲ੍ਹ ਵੀ ਸਾਇੰਸਦਾਨਾਂ ਨੇ ਇਹ ਸਿੱਧ ਕੀਤਾ ਵੀ ਜਿਸ ਤਰ੍ਹਾਂ ਦੀ ਇਹ ਧਰਤੀ ਹੈ ਇਸ ਤਰ੍ਹਾਂ ਦੀਆਂ ਹੋਰ ਲੱਖਾਂ ਹੀ ਧਰਤੀਆਂ ਹਨ। ਪੀਰ ਨੂੰ ਕਿਹਾ ਦੂਸਰਾ ਜਿਹੜਾ ਤੂੰ ਹੁਣ ਕਹਿੰਦਾ ਵੀ ਰਾਗ, ਧਰਤੀਆਂ ਤੇ ਪਤਾਲ ਤੇ ਲੱਖ ਆਕਾਸ਼, ਇਹ ਤੇ ਜਿਹਨਾਂ ਨੂੰ ਗਿਆਨ ਇੰਨਾ ਹੋਇਆ ਉਹਨਾਂ ਨੇ ਇੰਨੇ ਕਹਿ ਦਿੱਤੇ। ਸਾਡੇ ਮੁਤਾਬਕ ਤੇ ਬੇਅੰਤ ਹਨ, ਅਣਗਿਣਤ ਹਨ। ਦੂਸਰਾ ਤੂੰ ਕਹਿੰਦਾ ਵੀ ਮੈਂ ਰਾਗ ਬੰਦ ਕੀਤਾ। ਰਾਗ ਬੰਦ ਕਰਨ ਦਾ ਕੀ ਕਾਰਨ? ਇਹ ਪੀਰ ਕਹਿਣ ਲੱਗਾ ਰਾਗ ਮਨ ਨੂੰ ਚੰਚਲ ਕਰਦਾ ਹੈ। ਗੁਰੂ ਸਾਹਿਬ ਜੀ ਜਿਸ ਵੇਲੇ ਸੰਸਾਰ ਤੇ ਆਏ ਨਾ, ਉਸ ਵੇਲੇ ਸਲਾਮ ਮੱਤ ਵਾਲੇ ਜਿਹੜੇ ਸੀ ਨਾ, ਉਹ ਇਹ ਮੰਨਦੇ ਸੀ ਵੀ ਰਾਗ ਦੇ ਨਾਲ ਮਨ ਚੰਚਲ ਹੋ ਜਾਂਦਾ ਹੈ, ਰੱਬ ਨਾਲੋਂ, ਅੱਲਾਹ ਤਾਲਾ ਖੁਦਾ ਨਾਲੋਂ ਟੁੱਟ ਜਾਂਦਾ ਹੈ। ਉਹਨਾਂ ਦਾ ਇਹ ਮੰਨਣਾ ਸੀ। ਔਰੰਗਜ਼ੇਬ ਨੇ ਕਹਿੰਦੇ ਦਿੱਲੀ ਵਿੱਚ ਨਾ ਇੱਕ ਵਾਰੀ ਰਾਗ ਬੰਦ ਕਰ ਦਿੱਤਾ। ਰਾਗ ਪਾਬੰਦੀ ਲਾਤੀ ਵੀ ਕੋਈ ਰਾਗ ਨਹੀਂ ਗਾ ਸਕਦਾ, ਰਾਗ ਨਹੀਂ ਕੋਈ ਵੀ ਗਾ ਸਕਦਾ। ਕਿਤਨਾ ਸਮਾਂ ਬੀਤਿਆ ਤੇ ਰਾਗੀਆਂ ਨੇ, ਰਾਗ ਕਰਨ ਵਾਲਿਆਂ ਨੇ, ਇੱਕ ਧਿਆਨ ਰੱਖਿਓ, ਰਾਗੀ ਤੇ ਕੀਰਤਨੀਏ ਦੇ ਵਿੱਚ ਅੰਤਰ ਹੈ ਬਹੁਤ। ਰਾਗੀ ਦੇ ਅੰਦਰ ਤੇ ਕੀਰਤਨੀਏ ਦੇ ਅੰਦਰ ਬਹੁਤ ਅੰਤਰ ਹੈ। ਰਾਗੀ ਉਹ ਹੁੰਦਾ ਜਿਹੜਾ ਕੇਵਲ ਰਾਗ ਗਾਉਂਦਾ। ਰਾਗ ਕਿਤੇ ਵੀ ਜਾ ਕੇ ਗਾਇਆ ਜਾ ਸਕਦਾ ਹੈ। ਉਹਨਾਂ ਸਮਿਆਂ ਦੇ ਵਿੱਚ ਇਸਲਾਮ ਨੇ ਰਾਗ ਨੂੰ ਤਾਂ ਬੰਦ ਕਰ ਦਿੱਤਾ, ਪਾਬੰਦੀ ਲਾਈ ਭਈ ਰਾਗ ਜਿਹੜਾ ਸੀ ਵੇਸਵਾਵਾਂ, ਕੰਜਰਾਂ ਦੇ ਕੋਠਿਆਂ ਤੇ, ਬਾਦਸ਼ਾਹਾਂ ਦੇ ਅੰਦਰ, ਮਹਿਫਲਾਂ ਦੇ ਵਿੱਚ ਲੋਕਾਂ ਦਾ ਮਨ ਬਹਿਲਾਉਣ ਵਾਸਤੇ ਗਾਇਆ ਜਾਣ ਲੱਗਿਆ ਸੀ। ਤੇ ਜਿਹੜੇ ਧਾਰਮਿਕ ਖਿਆਲਾਂ ਦੇ ਸੀ ਇਸਲਾਮ ਦੇ ਲੋਕ, ਉਹਨਾਂ ਨੇ ਕਿਹਾ ਵੀ ਰਾਗ ਜਿਹੜਾ ਇਹ ਮਨ ਨੂੰ ਚੰਚਲ ਕਰਦਾ, ਵਿਗਾੜਦਾ। ਉਹਨਾਂ ਨੇ ਪਾਬੰਦੀ ਲਾਈ ਹੋਈ ਸੀ। ਹੁਣ ਰਾਗ ਜਿਹੜਾ ਰਾਗ ਕੋਈ ਬੁਰਾ ਨਹੀਂ, ਰਾਗ ਨਹੀਂ ਬੁਰਾ। ਕੋਈ ਇਨਸਾਨ ਇੱਕ ਸੋਨੇ ਦਾ ਪਿਆਲਾ ਬਣਾ ਲੈਂਦਾ ਹੈ, ਪਿਆਲੇ ਦੇ ਵਿੱਚ ਉਹ ਅੰਮ੍ਰਿਤ ਵਰਗਾ ਦੁੱਧ ਪੀਂਦਾ ਹੈ ਤੇ ਦੁੱਧ ਉਸ ਨੂੰ ਐਨਰਜੀ ਦਿੰਦਾ, ਪਾਵਰ ਦਿੰਦਾ, ਤਾਕਤ ਦਿੰਦਾ। ਤੇ ਜੇ ਉਸ ਹੀ ਪਿਆਲੇ ਦੇ ਵਿੱਚ ਜ਼ਹਿਰ ਪੀ ਲਵੇ ਤੇ ਉਹ ਪਿਆਲੇ ਦੀ ਜ਼ਹਿਰ ਜਿਹੜੀ ਪੀਤੀ ਉਹ ਮਾਰ ਦੇਵੇਗਾ। ਪਿਆਲੇ ਦਾ ਤਾਂ ਕੋਈ ਕਸੂਰ ਨਹੀਂ, ਪਿਆਲੇ ਦਾ ਤੇ ਕੋਈ ਕਸੂਰ ਨਹੀਂ। ਪਿਆਲਾ ਤੇ ਸੋਨੇ ਦਾ ਜਾਂ ਪਿੱਤਲ ਦਾ ਜਾਂ ਲੋਹੇ ਦਾ ਜਾਂ ਕਿਸੇ ਚੀਜ਼ ਦਾ ਵੀ ਹੈ, ਵਧੀਆ ਹੈ। ਸੋਨੇ ਦਾ ਬਣਾਇਆ ਪਿਆਲਾ ਬੜਾ ਵਧੀਆ ਹੈ, ਅੰਮ੍ਰਿਤ ਵਰਗਾ ਦੁੱਧ ਪੀਤਾ ਹੈ, ਸਰੀਰ ਨੂੰ ਐਨਰਜੀ ਮਿਲੀ ਹੈ। ਉਸ ਪਿਆਲੇ 'ਚ ਜ਼ਹਿਰ ਪੀ ਲਿਆ ਤੇ ਸਰੀਰ ਖਤਮ ਹੋ ਜਾਏਗਾ। ਮਨੁੱਖ ਤੇ ਉਹੀ ਹੈ। ਮਨੁੱਖ ਦੇ ਅੰਦਰ ਵਿਚਾਰ ਬੁਰੇ ਨੇ ਤੇ ਰਾਖਸ਼ ਹੈ, ਵਿਚਾਰ ਚੰਗੇ ਆ ਗਏ ਤੇ ਸੰਤ ਭਗਤ ਬਣ ਗਿਆ। ਰਾਗ ਬੁਰਾ ਨਹੀਂ ਹੈ। ਰਾਗ ਦੇ ਵਿੱਚ ਜਿਹੜੇ ਸ਼ਬਦ ਬੋਲੇ ਜਾਂਦੇ ਨੇ ਨਾ, ਜਿਹੜੇ ਲਫ਼ਜ਼ ਬੋਲੇ ਜਾਂਦੇ ਨੇ, ਉਹ ਮਾੜੇ ਤੇ ਚੰਗੇ ਹੋ ਸਕਦੇ ਨੇ। ਰਾਗ ਤੇ ਇੱਕ ਜਾਦੂ ਹੈ। ਰਾਗ ਤੇ ਕੋਈ ਗਾਵੇ ਤੇ ਮਨ ਪਰਮੇਸ਼ਵਰ ਨਾਲ ਬੜੀ ਛੇਤੀ ਜੁੜਦਾ ਹੈ ਰਾਗ ਗਾਉਣ ਦੇ ਨਾਲ। ਤੇ ਗੁਰੂ ਸਾਹਿਬ ਜੀ ਨੇ ਕੀਰਤਨ ਬਣਾ ਦਿੱਤਾ ਸੋਨੇ ਤੇ ਸੁਹਾਗਾ। ਰਾਗ ਲੈ ਕੇ ਰਾਗ ਦੇ ਵਿੱਚ ਨਿਰੰਕਾਰ ਦੀ ਸਿਫਤ
दायर कर दी। गुरबाणी जितनी रागां दी संयुगत है, जिस राग दे विच परमेश्वर जी दी उस्तति होवे, कीर्ति होवे, वो राग कीर्तन बन जाता है। जिस राग दे अंदर गंदे मंदे लफज होण, वो मन नूं चंचल कर दिंदा है। इस करके इस्लाम धर्म ने पाबंदी लाई हुई सी। ते कहंदे ने रागियां ने इकट्ठे हो के राग दी अर्थी कढ़ी दिल्ली विच, ते कुदरती औरंगजेब अपने सिपाहियां नूं तुरिया आंदा ही कहंदा है कि इहदी मौत हो गई। वो दसन लगे जी भी ये रागी ने राग दी अर्थी कढ़ी इन्हां ने। कहंदा अच्छा, इस राग नूं कम वक्त नूं इतना जमीन दे अंदर गहरा दबाओ, मोड़े बाहर ना निकल सके। इस्लाम धर्म दे अंदर राग नूं विवर्जित सी, पर गुरु घर दे अंदर राग दे अंदर निरंकार दी सिफत सलांघा कीती जावे। वो राग निरंकार दे नाल एक मिक कर देण दा साधन बन जाता है। गुरबाणी दे अंदर बहुत पंक्तियां आउंदियां। सतगुरु जी कहंदे ने, कीरत प्रभ की गाओ मेरी रसना। हे मेरी रसना जवान, राग दे नाल मिक्स करके तू परमेश्वर दी कीर्ति कर, वाहिगुरु दा जस कर। हर कीरत साध संगत है, सिर करमन के कर्मा। हरि परमेश्वर दी कीर्ति सारियां तो श्रोमणी कर्म है, धर्म है। परमेश्वर दे नाल जोड़न वास्ते गुरु साहिब जी ने होर पंक्तियां बड़ियां उचारनियां। कीर्तन निर्मोलक हीरा, ये निर्मोलक हीरा है। फिर कल युग में है कीर्तन प्रधाना। कल युग दे विच कीर्तन नूं प्रधानता दिती है। राग गुरु ग्रंथ साहिब जी दे अंदर सारे दे विच लिखे ने। जपजी साहिब तो छड्ड के जपजी साहिब नूं सोदर शुरू हुंदा है। सोदा राग आसा महला पहला, इत्थों शुरू हुंदा है सोदर। ते राग जय जावंती तक राग ही राग ने। राग संयुगत बाणी है। ते सतगुरु जी कहंदे, पीर जी जिस राग दे अंदर गंदे मंदे लफज होण, मन नूं बखेड़ा ला देण वाले लफज होण, वो राग वर्जित है गाउणा। वो नहीं गाउणा चाहिदा, उन्होंने नहीं सुनना चाहिदा। पर दुनिया दे लोग उस नूं सुनन विच मस्त ने। गुरु ग्रंथ साहिब जी दे अंदर एक पंक्ति आउंदी है, बिखड़े नाद करण सुन पीना, हर जस सुनत आलस मन कीना। बिखड़े नाद, नाद नाम है शब्द दा। बिखड़े तो भाव ऐसे भैड़े बिखड़े शब्द सुन दे विच ये कंन इंसान मस्त है, ਜਿਹੜੇ शब्द इस नूं वाहिगुरु निरंकार नालों तोड़ दिंदे ने। गंदे मंदे लफज राग दे विच अंकित करके गाए जाण ते मन नूं चंचल कर दिंदे ने, मन नूं विषय विकारां वल प्रेर दिंदे ने। ते जे राग दे अंदर वाहिगुरु दी सिफत सलाह कीती जावे, ਉਹ फिर कीर्तन बन जाता है। रागी ते मैं पहले भी तुहाडे नाल गल करके हटिया, रागी ते कीर्तनीए दे अंदर बड़ा फर्क है। रागी जिहड़ा वो राग गाउण वाला है, वो राग गाउण वास्ते कई बारी वेसवा दे कोठे ते भी चले जाता है, कंजरां दे घर भी चले जाता है, ड्रामिਆਂ ते भी चले जाता है, नाटकां दे विच भी चले जाता है, लोकां दा मन बहलाउण वास्ते महफिलां दे विच भी चले जाता है राग सुणाउण वास्ते। पर जिहड़ा कीर्तन है वो ते निरंकार दी उस्तति है। वो ते धार्मिक स्थान ते गाया जाता है जां गुरसिख जगत दे अंदर हर एक खुशी गमी
ਹਰ ਇੱਕ ਸਮੇਂ 'ਤੇ ਜੰਮਣ ਮਰਨ ਵਿਆਹ ਸ਼ਾਦੀ ਹਰ ਸਮੇਂ ਸ਼ਬਦ ਕੀਰਤਨ ਨੂੰ ਤਰਜੀਹ ਦਿੱਤੀ ਜਾਂਦੀ ਹੈ। ਸ਼ਬਦ ਕੀਰਤਨ ਦੁਆਰਾ ਪਰਮੇਸ਼ਵਰ ਨੂੰ ਪ੍ਰਸੰਨ ਕਰਨ ਦੀ ਆਪਣਾ ਯਤਨ ਕੀਤਾ ਜਾਂਦਾ ਹੈ। ਸੋ ਕੀਰਤਨੀਏ ਗੁਰਦੁਆਰੇ ਦੇ ਅੰਦਰ ਜਿਹੜੇ ਕੀਰਤਨੀਏ ਨੇ ਉਹ ਕੀਰਤਨੀਏ ਨੇ, ਰਾਗੀ ਨਹੀਂ। ਰਾਗੀ ਉਹ ਆ ਜਿਹੜਾ ਰਾਗ ਕਰਦਾ, ਕੇਵਲ ਰਾਗ ਕਰਦਾ। ਰਾਗ ਦੇ ਵਿੱਚ ਉਹ ਕੁਝ ਵੀ ਗਾ ਸਕਦਾ ਹੈ। ਮਨ ਨੂੰ ਚੰਚਲ ਕਰਨ ਵਾਲੇ ਲਫ਼ਜ਼ ਵੀ ਬੋਲ ਸਕਦਾ ਹੈ, ਮਨ ਨੂੰ ਵਿਸ਼ੇ ਵਿਕਾਰਾਂ ਦੇ ਨਾਲ ਪ੍ਰੇਰਣ ਵਾਲੇ ਵੀ ਉਹਨਾਂ ਵੱਲ ਸ਼ਬਦ ਬੋਲ ਸਕਦਾ ਹੈ। ਅਤੇ ਜਿਹੜਾ ਕੀਰਤਨੀਆ ਹੈ ਉਹ ਤੇ ਪਰਮੇਸ਼ਵਰ ਦੀ ਉਸਤਤੀ ਕਰਦਾ ਹੈ। ਜਿੱਥੇ ਕੀਰਤਨ ਹੋਵੇ, ਕੀਰਤਨ ਵਾਲੀ ਤੇ ਜਗ੍ਹਾ ਬਣ ਜਾਂਦੀ ਹੈ। ਗੁਰੂ ਸਾਹਿਬ ਜੀ ਕਹਿੰਦੇ ਆਰਤੀ ਕੀਰਤਨ ਸਦਾ ਆਨੰਦ। ਆਰਤੀ ਕੀਰਤਨ ਪਰਮੇਸ਼ਵਰ ਨੂੰ ਯਾਦ ਕਰਨਾ, ਇਹ ਤੇ ਆਨੰਦ ਦੇਣ ਵਾਲਾ ਬਣ ਜਾਂਦਾ, ਬਖੇੜਾ ਨਹੀਂ ਲਾਉਂਦਾ, ਮਨ ਨੂੰ ਚੰਚਲ ਨਹੀਂ ਬਣਾਉਂਦਾ। ਇੱਕ ਸੰਸਕ੍ਰਿਤੀ ਦੇ ਅੰਦਰ ਪੰਕਤੀ ਆਉਂਦੀ ਹੈ, ਸੁੰਦਰ ਮੰਦਰ ਸਾਣੇ ਜੈਨ ਮਦੇ ਹਰ ਕੀਰਤਨ ਹੈ। ਉਹ ਮੰਦਰ, ਉਹ ਘਰ, ਉਹ ਜਗ੍ਹਾ ਸੁੰਦਰ ਹੈ। ਸੁੰਦਰ ਮੰਦਰ ਸੈਣੇ ਜੈਨ ਮਦੇ ਹਰ ਕੀਰਤਨੇ, ਜਿੱਥੇ ਕੀਰਤੀ ਹੋਵੇ ਪਰਮੇਸ਼ਵਰ ਦੀ, ਉਹ ਜਗ੍ਹਾ ਧਨਤਾ ਦੇ ਯੋਗ ਬਣ ਜਾਂਦੀ ਹੈ। ਕੀਰਤਨ ਉਸ ਨੂੰ ਕਿਹਾ ਜਾ ਸਕਦਾ ਹੈ ਜਿਸ ਦੇ ਅੰਦਰ ਪਰਮੇਸ਼ਵਰ ਦੀ ਸਿਫਤ ਸਲਾਹ ਉਪਮਾ ਵਡਿਆਈ ਹੋਵੇ, ਜਿਸ ਦੇ ਵਿੱਚ ਇਨਸਾਨ ਨੂੰ ਪਰਮੇਸ਼ਵਰ ਦੇ ਨਾਲ ਇੱਕਮਿਕ ਆਤਮਾ ਨੂੰ ਕਰਨ ਦਾ ਗਿਆਨ ਹੋਵੇ, ਸ਼ਬਦ ਹੋਣ, ਉਹ ਹੈ ਕੀਰਤਨ। ਕੀਰਤਨ ਜਿਹੜਾ ਹੈ ਇਹ ਇਨਸਾਨ ਨੂੰ ਪਰਮੇਸ਼ਵਰ ਨਾਲ ਜੋੜਨ ਵਿੱਚ ਮਦਦ ਕਰਦਾ ਹੈ। ਤੋ ਰਾਗ ਜਿਹੜਾ ਹੈ ਇਹਦੇ ਵਿੱਚ ਰਾਗੀ ਲੋਕ ਮੰਦੇ ਚੰਗੇ ਸ਼ਬਦ ਵੀ, ਮੰਦੇ ਚੰਗੇ ਲਫ਼ਜ਼ ਬੋਲ ਕੇ ਮਨ ਨੂੰ ਬਖੇੜੇ ਵੱਲ ਵੀ ਲਿਜਾ ਸਕਦੇ ਹਨ। ਤੋ ਰਾਗਾਂ ਦੇ ਵਿੱਚੋਂ ਉਹ ਰਾਗ ਭਲਾ ਹੈ ਜਿਹੜੇ ਰਾਗ ਨੂੰ ਸੁਣ ਕੇ ਮਨ ਦੇ ਵਿੱਚ ਆਨੰਦ ਆ ਜਾਵੇ ਅਤੇ ਮਨ ਵਿੱਚ ਪਰਮੇਸ਼ਰ ਵਸ ਜਾਵੇ। ਸਭਨਾ ਰਾਗਾਂ ਵਿੱਚ ਸੋ ਭਲਾ ਭਾਈ ਜਿਤ ਵਸਿਆ ਮਨ ਆਏ। ਸਾਰਿਆਂ ਰਾਗਾਂ ਦੇ ਵਿੱਚੋਂ ਉਹ ਰਾਗ ਚੰਗਾ ਹੈ ਜਿਸ ਰਾਗ ਨੂੰ ਸੁਣ ਕੇ, ਜਿਸ ਸ਼ਬਦ ਨੂੰ, ਜਿਸ ਬਾਣੀ ਨੂੰ, ਜਿਸ ਕੀਰਤੀ ਨੂੰ ਸੁਣ ਕੇ ਮਨ ਦੇ ਵਿੱਚ ਪਰਮੇਸ਼ਵਰ ਵਸ ਜਾਏ। ਕੀਰਤਨ ਪਰਮੇਸ਼ਵਰ ਦੀ ਸਿਫਤ ਹੈ। ਕੀਰਤਨ ਮਨ ਬਹਿਲਾਵੇ ਦਾ ਕੰਮ ਨਹੀਂ। ਅਸਰ ਕਿਉਂ ਨਹੀਂ ਹੋ ਰਿਹਾ? ਮੈਂ ਖਿਮਾ ਮੰਗ ਕੇ ਹੱਥ ਜੋੜ ਕੇ ਇਹ ਬੇਨਤੀ ਕਰਾਂਗਾ, ਕੀਰਤਨ ਕਰਨ ਵਾਲਿਆਂ ਨੇ, ਅਸੀਂ ਲੋਕਾਂ ਨੇ, ਕਥਾ ਕੀਰਤਨ ਜਾਂ ਹੋਰ ਧਰਮ ਕਰਮ ਕਰਨ ਵਾਲਿਆਂ ਨੇ ਇਸ ਨੂੰ ਉਪਜੀਵਕਾ ਦਾ ਸਾਧਨ ਸਮਝਿਆ ਵੀ ਸਾਡੀ ਰੋਜੀ ਰੋਟੀ ਦਾ ਸਾਧਨ ਹੈ। ਅਸੀਂ ਰੱਟੇ ਲਾ ਕੇ ਮਿਹਨਤ ਕਰਕੇ ਉਹ ਅਸੀਂ ਸੁਣਾਉਂਦੇ ਹਾਂ, ਉਹਦੇ ਵਿੱਚ ਸਾਡਾ ਆਪਣਾ ਪੂਰਾ ਤਵੱਜੋ ਨਹੀਂ, ਖਿਆਲ ਨਹੀਂ। ਜਿਵੇਂ ਜੇ ਸਾਡੇ ਮਨ ਵਿੱਚ ਪੂਰਾ ਖਿਆਲ ਆ ਜਾਏ, ਅਸੀਂ ਉਸ ਦੇ ਉੱਤੇ ਪਾਬੰਦ ਹੋ ਜਾਈਏ ਤੇ ਸੰਗਤ ਉੱਤੇ ਵੀ ਜ਼ਰੂਰ ਅਸਰ ਹੋਵੇਗਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਇੱਕ ਮਾਈ ਆਈ, ਮਹਾਰਾਜ ਹੈ ਮੇਰਾ ਪੋਤਾ ਹੈ, ਇਸ ਦੀਆਂ ਅੱਖਾਂ ਬੜੀਆਂ ਦੁਖਦੀਆਂ ਨੇ, ਇਹਦੇ ਕੋਈ ਇਲਾਜ ਕਰੋ। ਮਹਾਰਾਜ ਕਹਿੰਦੇ ਕੱਲ੍ਹ ਲਿਆਈ ਬੀਬੀ ਇਹਨੂੰ। ਠੀਕ ਹੈ ਮਹਾਰਾਜ। ਦੂਜੇ ਦਿਨ ਬੀਬੀ ਲੈ ਕੇ ਆਈ। ਮਹਾਰਾਜ ਮੈਂ ਲੈ ਕੇ ਆਈ, ਤੁਸੀਂ ਕੱਲ੍ਹ ਲੈ ਕੇ ਆਈ। ਮਹਾਰਾਜ ਨੇ ਉਸ ਬੱਚੇ ਦੇ ਸਿਰ 'ਤੇ ਹੱਥ ਫੇਰ ਕੇ ਮਹਾਰਾਜ ਕਹਿੰਦੇ ਬੱਚਾ ਬੇਟਾ ਪੁੱਤਰ ਗੁੜ ਨਹੀਂ ਖਾਈਦਾ, ਅੱਖਾਂ ਦੁਖਣ ਲੱਗ ਪੈਂਦੀਆਂ, ਜ਼ਿਆਦਾ ਗੁੜ ਨਹੀਂ ਖਾਈਦਾ, ਜਾ ਮਾਤਾ ਲੈ ਜਾ, ਠੀਕ ਹੋ ਜਾਏਗਾ ਕਾਕਾ। ਮਾਤਾ ਕਹਿੰਦੀ ਮਹਾਰਾਜ ਕੱਲ੍ਹ ਹੀ ਇਹ ਗੱਲ ਕਹਿ ਦੇਣੀ ਸੀ। ਮਹਾਰਾਜ ਕਹਿੰਦੇ ਮਾਤਾ ਕੱਲ੍ਹ ਤੇ ਮੈਂ ਖੁਦ ਆਪ ਗੁੜ ਖਾਧਾ ਸੀ, ਅੱਜ ਮੈਂ ਆਪਣੇ ਆਪ 'ਤੇ ਕੰਟਰੋਲ ਕੀਤਾ ਹੈ। ਇਸ ਸਾਖੀ ਨੂੰ ਕਈ ਸਾਧੂ ਸੰਤਾਂ ਨਾਲ ਵੀ ਜੋੜ ਦਿੰਦੇ ਨੇ, ਪਰ ਮੈਂ ਸੂਰਜ ਗ੍ਰੰਥ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਸੰਬੰਧਿਤ ਪੜ੍ਹੀ ਹੈ। ਸੋ ਜਿੰਨਾ ਚਿਰ ਪ੍ਰਚਾਰ ਕਰਨ ਵਾਲੇ ਦਾ ਮਨ ਉਸ ਪ੍ਰਚਾਰ ਦੇ ਉੱਤੇ ਪਾਬੰਦ ਨਹੀਂ,
ਸੁਣਨ ਵਾਲੇ ਦਾ ਪਾਬੰਦ ਨਹੀਂ ਹੋਵੇਗਾ। ਅਸੀਂ ਕੀਰਤਨ ਨੂੰ ਸਿਰਫ ਹੁਲਾਰਾ ਲੈਣ ਵਾਸਤੇ, ਝੂਮ ਉੱਠਣ ਵਾਸਤੇ ਥੋੜ੍ਹਾ ਚਿਰ ਕੀਰਤਨ ਸੁਣਦੇ ਹਾਂ, ਪਰ ਅਸੀਂ ਪਰਮੇਸ਼ਵਰ ਨਾਲ ਇੱਕ ਮਿਕ ਹੋਣ ਵਾਸਤੇ ਨਹੀਂ ਸੁਣਦੇ। ਕੀਰਤਨ ਹੈ ਨਿਰੰਕਾਰ ਦੇ ਨਾਲ ਇੱਕ ਮਿਕ ਹੋਣ ਦਾ ਗੁਰਸਿੱਖ ਜਗਤ ਦੇ ਵਿੱਚ ਸ਼੍ਰੋਮਣੀ ਸਾਧਨ। ਸੋ ਕੀਰਤਨ ਦੇ ਵਿੱਚ ਤੇ ਰਾਗ ਦੇ ਵਿੱਚ ਫਰਕ ਹੈ। ਰਾਗ ਬੁਰਾ ਨਹੀਂ, ਰਾਗ ਚੰਗਾ। ਮੈਂ ਪਹਿਲਾਂ ਵੀ ਕਿਹਾ, ਸੋਨੇ ਦਾ ਬਰਤਨ ਹੈ, ਬੁਰਾ ਨਹੀਂ। ਸੋਨੇ ਦੇ ਬਰਤਨ 'ਚ ਅੱਛੇ ਪਦਾਰਥ ਖਾਓ, ਐਨਰਜੀ ਮਿਲ ਰਹੀ ਹੈ। ਜ਼ਹਿਰ ਭਰ ਕੇ ਸੋਨੇ ਦੇ ਬਰਤਨ 'ਚ ਪੀ ਲਓਗੇ, ਮਰ ਜਾਓਗੇ। ਰਾਗ ਤੇ ਰਾਗ ਹੈ, ਰਾਗ 'ਚ ਗੰਦੇ ਮੰਦੇ ਲਫ਼ਜ਼ ਜੋੜ ਕੇ ਸੁਣੋਗੇ, ਮਨ ਨੂੰ ਬਖੇੜਾ ਲੱਗੇਗਾ। ਜੇ ਰਾਗ ਦੇ ਵਿੱਚ ਪਰਮੇਸ਼ਵਰ ਦੀ ਕੀਰਤੀ ਹੋਵੇਗੀ, ਮਨ ਨਿਰੰਕਾਰ ਨਾਲ ਜੁੜ ਜਾਏਗਾ। ਸਭਨਾ ਰਾਗਾਂ ਵਿੱਚ ਸੋ ਭਲਾ ਭਾਈ, ਜਿਤ ਵਸਿਆ ਮਨ ਆਏ। ਉਹੀ ਰਾਗ, ਉਹੀ ਸ਼ਬਦ, ਉਹੀ ਕੀਰਤਨ ਭਲਾ ਹੈ। ਜਿਸ ਕੀਰਤਨ, ਜਿਸ ਬਾਣੀ ਪੜ੍ਹਨ ਦੇ ਨਾਲ ਮਨ ਵਿੱਚ ਰੱਬ ਵਸ ਜਾਏ।